ਸੋ ਨੀਡ ਫॉर ਸੈਲਫ ਐਕਸਪਲੋਰੇਸ਼ਨ ਕਿਉਂ ਆ? ਆਪਾਂ ਜਦੋਂ ਪਹਿਲਾਂ ਸਟਾਰਟ ਹੀ ਕੀਤਾ ਸੀਗਾ ਚੈਪਟਰ ਪੜ੍ਹਨੇ ਇਹ ਵਾਲੇ, ਤਾਂ ਉਦੋਂ ਹੀ ਆਪਾਂ ਪੜ੍ਹਿਆ ਸੀ ਕਿ ਅਗਰ ਸੈਲਫ ਐਕਸਪਲੋਰੇਸ਼ਨ ਹੋਏਗੀ, ਮਤਲਬ ਖੁਦ ਨੂੰ ਪਹਿਲਾਂ ਜਾਣਾਂਗੇ, ਆਪਣੇ ਆਪ ਬਾਰੇ ਪਹਿਲਾਂ ਜਾਣਾਂਗੇ, ਫਿਰ ਉਸ ਤੋਂ ਬਾਅਦ ਹੀ ਆਪਾਂ ਸੁਸਾਇਟੀ, ਆਪਣੇ ਪ੍ਰੋਫੈਸ਼ਨ, ਫੈਮਿਲੀ, ਇਹ ਸਾਰੀਆਂ ਚੀਜ਼ਾਂ ਬਾਰੇ ਅੰਡਰਸਟੈਂਡ ਕਰ ਸਕਦੇ ਹਾਂ। ਠੀਕ ਹੈ, ਸੋ ਇਸ ਲਈ ਸੈਲਫ ਐਕਸਪਲੋਰੇਸ਼ਨ ਦੀ ਜ਼ਰੂਰਤ ਬਹੁਤ ਹੈ। ਦਿਸ ਇਜ਼ ਦਾ ਫਸਟ ਵਾਈਟਲ ਸਟੈਪ ਟੂਵਰਡਸ ਦਾ ਟ੍ਰਾਂਜੀਸ਼ਨ। ਟ੍ਰਾਂਜੀਸ਼ਨ ਕੀ ਹੁੰਦਾ ਹੈ? ਦੇਖੋ, ਜਦੋਂ ਇੱਕ ਚਾਈਲਡ ਤੋਂ ਕੋਈ ਬੱਚਾ ਹੈ, ਠੀਕ ਹੈ, ਉਸ ਤੋਂ ਬਾਅਦ ਉਹ ਐਡਲਟ ਹੁੰਦਾ ਆ, ਐਡਲਟ ਤੋਂ ਬਾਅਦ ਫਿਰ ਮਿਡਲ ਏਜ, ਦੈਨ ਓਲਡ ਏਜ। ਉਹ ਕੀ ਨੇ? ਇੱਕ ਤਰ੍ਹਾਂ ਟ੍ਰਾਂਜੀਸ਼ਨਸ ਨੇ। ਠੀਕ ਹੈ, ਚੇਂਜ ਹੁੰਦੇ ਆ, ਚੇਂਜਿਸ ਆਉਂਦੇ ਨੇ, ਇੱਕਦਮ ਚੇਂਜਿਸ ਆਉਂਦੇ ਨੇ ਕੁਛ ਕੁ। ਜਦੋਂ ਮਾਈਂਡ ਸੈੱਟ ਚੇਂਜ ਹੁੰਦਾ ਆ ਪਰਸਨ ਦਾ, ਜਿੱਦਾਂ ਜਿੱਦਾਂ ਏਜ ਲੰਘਦੀ ਹੈ ਨਾ, ਉਦੋਂ ਉਹਦਾ ਮਾਈਂਡ ਸੈੱਟ ਚੇਂਜ ਹੁੰਦਾ ਜਾਂਦਾ ਆ, ਐਕਸਪੀਰੀਅੰਸ ਆਉਂਦੇ ਜਾਂਦੇ ਆ, ਤਾਂ ਆਪਣੀ ਮੈਂਟੈਲਿਟੀ ਚੇਂਜ ਹੁੰਦੀ ਹੈ। ਠੀਕ ਹੈ, ਸੋਚਣ ਦਾ ਨਜ਼ਰੀਆ, ਕੁਛ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ, ਸੋ ਉਹ ਸਭ ਬਦਲਦਾ ਹੈ। ਠੀਕ ਹੈ, ਤਾਂ ਉਹਨੂੰ ਕਹਿੰਦੇ ਆਪਾਂ ਟ੍ਰਾਂਜੀਸ਼ਨਸ। ਸੋ ਟ੍ਰਾਂਜੀਸ਼ਨਸ ਜਿਹੜੀਆਂ ਨੇ, ਉਹ ਸਭ ਤੋਂ ਪਹਿਲਾਂ ਉਹਦਾ ਫਸਟ ਵਾਈਟਲ ਸਟੈਪ ਜੋ ਹੈ ਉਹ ਕੀ ਹੈ? ਸੈਲਫ ਐਕਸਪਲੋਰੇਸ਼ਨ। ਸੈਲਫ ਐਕਸਪਲੋਰੇਸ਼ਨ ਨੂੰ ਖੁਦ ਲਈ ਤਿਆਰ ਕਰੋ। ਠੀਕ ਹੈ, getting ready for self exploration is the first vital step towards the transition to the holistic way of life। ठीक है, अगर holistic way of life ਆਪਾਂ ਇੱਕ ਅੱਛੀ ਲਾਈਫ ਜੀਣੀ ਹੈ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਸੈਲਫ ਐਕਸਪਲੋਰੇਸ਼ਨ ਜ਼ਰੂਰੀ ਹੈ। ਪਹਿਲਾਂ ਖੁਦ ਨੂੰ ਐਕਸਪਲੋਰ ਕਰਨਾ, ਫਿਰ ਫੈਮਿਲੀ ਨੂੰ, ਫਿਰ ਉਸ ਤੋਂ ਬਾਅਦ ਸੁਸਾਇਟੀ ਨੂੰ, ਦੈਨ ਪ੍ਰੋਫੈਸ਼ਨ, ਫਿਰ ਵਰਲਡ। ਠੀਕ ਹੈ, ਇੱਦਾਂ ਇੱਕ ਸੀਰੀਜ਼ ਬਣੀ ਹੋਈ ਹੈ। ਸੋ ਇਹ ਸਭ ਤੋਂ ਪਹਿਲਾਂ ਕੀ ਹੁੰਦਾ? ਸੈਲਫ ਐਕਸਪਲੋਰੇਸ਼ਨ। ਓਕੇ, whatever seems to be pleasant to our sensory experience appeals to us as worthy pursuing। ਜੋ ਕੁਛ ਵੀ ਆਪਾਂ ਨੂੰ ਜਿਸ ਕੰਮ ਕਰਨ ਦੇ ਨਾਲ ਖੁਸ਼ੀ ਮਿਲਦੀ ਆ ਉਹ ਕਰਨਾ ਚਾਹੀਦਾ ਹੈ। ਕਿਸੇ ਨੂੰ ਪੇਂਟਿੰਗ ਕਰਕੇ ਖੁਸ਼ੀ ਮਿਲਦੀ ਹੈ, ਠੀਕ ਹੈ, ਕਿਸੇ ਨੂੰ ਸਿੰਗਿੰਗ ਕਰਕੇ ਖੁਸ਼ ਹੁੰਦਾ ਹੈ, ਕੋਈ ਡਾਂਸ ਕਰਕੇ ਖੁਸ਼ ਹੁੰਦਾ ਹੈ। ਬਹੁਤ ਸਾਰੀਆਂ ਹੌਬੀਜ਼ ਹੁੰਦੀਆਂ ਨੇ ਹਰੇਕ ਪਰਸਨ ਦੀਆਂ। ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜੋ ਰਹਿ ਜਾਂਦੀਆਂ ਨੇ ਕਿਸੇ ਰੀਜ਼ਨਸ ਦੇ ਕਰਕੇ। ਠੀਕ ਹੈ, ਕੁਛ ਆਪਣੀਆਂ ਹੌਬੀਜ਼ ਰਹਿ ਜਾਂਦੀਆਂ ਨੇ, ਤਾਂ ਆਪਾਂ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਜਾ ਪਾਉਂਦੇ, ਲੇਕਿਨ ਖੁਸ਼ੀ ਮਿਲਦੀ ਆ ਉਹ ਕਰਕੇ। ਸੋ ਉਹ ਕੰਮ ਕਰ ਲੈਣਾ ਚਾਹੀਦਾ ਜੋ ਖੁਸ਼ੀ ਦਿੰਦਾ। ਠੀਕ ਹੈ, ਜਿੱਦਾਂ ਸਿੰਗਿੰਗ ਹੋ ਗਿਆ, ਡਾਂਸਿੰਗ ਹੋ ਗਿਆ, ਕੁਕਿੰਗ ਹੋ ਗਿਆ, ਕਿਸੇ ਨੂੰ ਕੁਕਿੰਗ ਪਸੰਦ ਹੈ, ਜੋ ਵੀ ਤੁਹਾਨੂੰ ਕਰਨਾ ਪਸੰਦ ਆ। ਮੋਬਾਈਲ ਫੋਨ ਵਗੈਰਾ ਯੂਜ਼ ਕਰਨੇ ਛੱਡ ਕੇ, ਠੀਕ ਹੈ, ਇਹ ਤਾਂ ਹਰੇਕ ਨੂੰ ਪਸੰਦ ਹੈ, ਇਹ ਛੱਡ ਕੇ ਇਸ ਤੋਂ ਇਲਾਵਾ ਅਗਰ ਹੋਰ ਤੁਹਾਡੀ ਕੋਈ ਹੌਬੀਜ਼ ਨੇ, ਉਹਨਾਂ ਨੂੰ ਜ਼ਰੂਰ ਲਾਈਫ ਦੇ ਵਿੱਚ ਕਰ ਲੈਣਾ ਚਾਹੀਦਾ। ਠੀਕ ਹੈ, ਕਿਉਂਕਿ ਉਹਨਾਂ ਨਾਲ ਹੀ ਖੁਸ਼ੀ ਮਿਲਦੀ ਹੈ ਆਪਾਂ ਨੂੰ। ਸੋ ਜੋ ਵੀ ਤੁਹਾਨੂੰ ਖੁਸ਼ੀ ਦਿੰਦਾ ਆ ਉਹ ਕੰਮ ਕਰਨਾ ਚਾਹੀਦਾ। Thus, in spite of increasing problems all around, we do not get motivated enough to seek a viable alternative because of our strong preconditioning and sensory attractions. In fact, we tend to find superficial justifications to defend our present worldview and thereby carry on with the status quo. So whole orientation towards right understanding has been grossly missing from our present education system। ਪ੍ਰੈਜ਼ੈਂਟ ਐਜੂਕੇਸ਼ਨ ਸਿਸਟਮ ਜੋ ਹੈ ਉਹਦੇ ਕਰਕੇ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈ। ਰਾਈਟ ਅੰਡਰਸਟੈਂਡਿੰਗ ਜਿਹੜੀ ਆ ਉਹ ਬੱਚਿਆਂ ਤੱਕ ਨਹੀਂ ਮਿਲਦੀ, ਉਹਨਾਂ ਨੂੰ ਨਹੀਂ ਪਤਾ ਲੱਗਦੀ ਕਿ ਰਾਈਟ ਅੰਡਰਸਟੈਂਡਿੰਗ ਹੁੰਦੀ ਕੀ ਹੈ। ਠੀਕ ਹੈ, ਇਹਨੂੰ ਕਿੱਦਾਂ ਅੱਗੇ ਲੈ ਕੇ ਜਾਣਾ। ਔਰ ਇਹ ਕਿਉਂਕਿ ਜ਼ਿਆਦਾਤਰ ਬੱਚਾ ਕਿੱਥੋਂ ਸਿੱਖਦਾ ਆ? ਘਰ ਤੋਂ ਸਿੱਖਦਾ ਹੈ ਅਤੇ ਸਕੂਲ ਤੋਂ ਸਿੱਖਦਾ ਆ। ਜਦੋਂ ਬੱਚਾ ਸਕੂਲ ਜਾਂਦਾ ਹੈ ਉਸ ਤੋਂ ਬਾਅਦ ਤਾਂ ਘਰ ਉਹਨਾਂ ਟਾਈਮ ਨਹੀਂ ਸਪੈਂਡ ਕਰਦਾ ਜਿੰਨਾ ਸਕੂਲ ਦੇ ਵਿੱਚ ਕਰਦਾ ਹੈ। ਸਕੂਲ ਹੋ ਗਿਆ, ਇੰਸਟੀਟਿਊਸ਼ਨ, ਕਾਲਜ ਜੋ ਵੀ ਹੈ। ਠੀਕ ਹੈ, ਤਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ, ਜਿਹਦੇ ਕਰਕੇ ਅੰਡਰਸਟੈਂਡਿੰਗ ਬੱਚਿਆਂ ਨੂੰ ਨਹੀਂ ਹੁੰਦੀ। ਠੀਕ ਹੈ, ਸੋ ਅਪਰੀਸੀਏਸ਼ਨ ਫॉर द नीड फॉर राइट अंडरस्टैंडिंग इज़ द फर्स्ट ट्रिगर टू ट्रांजिशन। सो सब तो पहला सैल्फ एक्सप्लोरेशन ज़रूरी है, राइट अंडरस्टैंडिंग ज़रूरी। ठीक है जी, फिर उस तो बाद गल करते ने कि ਸੈਲਫ ਸਟੱਡੀ, ਸੈਲਫ ਅਨਾਲਿਸਿਸ, ਖੁਦ ਦੀ ਸਟੱਡੀ ਕਰਨੀ, ਆਪਣੀ ਅਨਾਲਿਸਿਸ ਕਰਨੇ ਆ, ਸਾਡੇ ਵਿੱਚ ਕੀ ਚੰਗਾ ਆ, ਸਾਡੇ ਵਿੱਚ ਕੀ ਬੁਰਾ ਆ, ਕਿਹੜੀਆਂ ਆਦਤਾਂ ਸਾਡੇ 'ਚ ਚੰਗੀਆਂ ਨੇ, ਕਿਹੜੀਆਂ ਬੁਰੀਆਂ ਨੇ, ਕਿਹੜੀਆਂ ਸਾਨੂੰ ਆਦਤਾਂ ਛੱਡ ਦੇਣੀਆਂ ਚਾਹੀਦੀਆਂ ਨੇ ਹੁਣ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਬਾਰੇ ਜਾਣਨਾ ਹੀ ਹੁੰਦਾ ਹੈ। ਅਸੀਂ ਕੀ ਹੁਣ ਹੈਗੇ ਆ ਅਤੇ ਅਸੀਂ ਫਿਊਚਰ ਦੇ ਵਿੱਚ ਕੀ ਸੋਚਿਆ ਆ ਬਣਨ ਦਾ, ਕਿ ਅਸੀਂ ਜੋ ਫਿਊਚਰ ਦੇ ਵਿੱਚ ਸੋਚਿਆ ਹੈ, ਜੋ ਕਰਨਾ ਹੈ, ਕਿ ਅਸੀਂ ਉਹਦੇ ਵੱਲ ਜਾ ਰਹੇ ਹਾਂ,
ਅਸੀਂ ਉਹੀ ਵੇ ਦੇ ਵਿੱਚ ਜਾ ਰਹੇ ਹਾਂ ਕਿ ਗਲਤ ਵੇ 'ਚ ਜਾ ਰਹੇ ਹਾਂ। ਠੀਕ ਹੈ, ਸੋ ਇਹ ਚੀਜ਼ਾਂ ਸੋਚਣੀਆਂ ਵੀ ਜ਼ਰੂਰੀ ਹੈ। ਇਹ ਸਾਰਾ ਕੁਝ ਸੈਲਫ ਐਕਸਪਲੋਰੇਸ਼ਨ ਹੈ। ਇਹਨੂੰ ਥੋੜ੍ਹਾ ਜਿਹਾ ਆਪਾਂ ਸੈਲਫਿਸ਼ ਹੋਣਾ ਕਹਿ ਦਿੰਦੇ, ਬਟ ਆਈ ਥਿੰਕ ਬੀਇੰਗ ਸੈਲਫਿਸ਼ ਇਜ਼ ਨਾਟ ਬੈਡ। ਅਗਰ ਆਪਣੇ ਬਾਰੇ ਕੋਈ ਇਨਸਾਨ ਸੋਚਦਾ ਆ ਤਾਂ ਉਹਨੂੰ ਸੈਲਫਿਸ਼ ਨਹੀਂ ਕਹਾਂਗੇ ਆਪਾਂ। ਠੀਕ ਹੈ, ਤਾਂ ਆਪਣੇ ਬਾਰੇ ਸੋਚ ਲੈਣਾ ਚਾਹੀਦਾ ਹੈ। ਸੋਚ ਲਓ, ਦੈਟ ਇਜ਼ ਗੁੱਡ। ਫਿਰ ਉਸ ਤੋਂ ਬਾਅਦ ਸਟੈਪਸ ਫॉर द ट्रांजिशन ਐਟ द ਲੈਵਲ ਆਫ ਫੈਮਿਲੀ, ਸੋਸਾਇਟੀ ਐਂਡ ਪ੍ਰੋਫੈਸ਼ਨ। ਜਦੋਂ ਟ੍ਰਾਂਜੀਸ਼ਨ ਯਾਨੀ ਕਿ ਚੇਂਜਿਸ ਆਉਂਦੇ ਨੇ ਤਾਂ ਕਿਹੜੇ ਕਿਹੜੇ ਲੈਵਲਸ ਨੇ ਉਹਨਾਂ ਦੇ ਵਿੱਚ। ਸਭ ਤੋਂ ਪਹਿਲਾ ਲੈਵਲ ਕਹਿ ਰਹੇ ਨੇ ਰਾਈਟ ਅੰਡਰਸਟੈਂਡਿੰਗ, ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਸਮਝਦਾਰੀ। ਸਭ ਤੋਂ ਪਹਿਲਾਂ ਰਾਈਟ ਅੰਡਰਸਟੈਂਡਿੰਗ ਜ਼ਰੂਰੀ ਹੈ, ਅਤੇ ਉਹ ਕਿਹਦੇ ਨਾਲ ਆਉਣੀ ਹੈ? ਸੈਲਫ ਐਕਸਪਲੋਰੇਸ਼ਨ ਦੇ ਨਾਲ। ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੱਦਾਂ ਦੇ ਹਾਂ, ਠੀਕ ਹੈ, ਅਤੇ ਫਿਰ ਆਪਾਂ ਨੂੰ ਸਮਝ ਲੱਗਦੀ ਹੈ ਕਿ ਹਾਂ ਜੋ ਬਿਹੇਵੀਅਰ, ਜੋ ਚੇਂਜਿਸ ਮੇਰੇ 'ਚ ਨੇ, ਤਾਂ ਓਬਵੀਅਸ ਜੀ ਗੱਲ ਹੈ ਸਾਹਮਣੇ ਵਾਲੇ 'ਚ ਵੀ ਉਹੀ ਹੋਣਗੇ, ਕਿਉਂਕਿ ਹਿਊਮਨ ਬੀਇੰਗ ਤਾਂ ਹਿਊਮਨ ਬੀਇੰਗ ਹੀ ਹੈ ਨਾ। ਅਸੀਂ ਹਿਊਮਨ ਬੀਇੰਗ ਤਾਂ ਸਾਹਮਣੇ ਵਾਲਾ ਵੀ ਹਿਊਮਨ ਬੀਇੰਗ ਹੈ। ਅਗਰ ਸਾਨੂੰ ਗੁੱਸਾ ਆਉਂਦਾ ਹੈ ਤਾਂ ਸਾਹਮਣੇ ਵਾਲੇ ਨੂੰ ਵੀ ਗੁੱਸਾ ਆਉਂਦਾ ਹੈ। ਠੀਕ ਹੈ ਨਾ। ਸੋ ਇਹ ਚੀਜ਼ਾਂ ਹੁੰਦੀਆਂ ਨੇ ਸੈਲਫ ਐਕਸਪਲੋਰੇਸ਼ਨ। ਸੋ ਜਦੋਂ ਆਪਾਂ ਸੈਲਫ ਐਕਸਪਲੋਰੇਸ਼ਨ ਕਰ ਲੈਂਦੇ ਤਾਂ ਅੰਡਰਸਟੈਂਡਿੰਗ ਆਪਣੇ ਆਪ ਆ ਜਾਂਦੀ ਹੈ। ਜਦੋਂ ਅਸੀਂ ਆਪਣੀ ਕੰਡੀਸ਼ਨ ਸਮਝ ਲੈਂਦੇ ਹਾਂ ਤਾਂ ਸਾਨੂੰ ਦੂਸਰੇ ਦੀ ਕੰਡੀਸ਼ਨ ਵੀ ਸਮਝ ਆ ਜਾਂਦੀ ਹੈ। ਠੀਕ ਹੈ, ਸੋ ਦਿਸ ਇਜ਼ ਕਾਲਡ ਰਾਈਟ ਅੰਡਰਸਟੈਂਡਿੰਗ, ਜੋ ਪਿਛਲੇ ਇੰਨੇ ਟਾਈਮ ਤੋਂ ਆਪਾਂ ਪੜ੍ਹਦੇ ਆ ਰਹੇ। ਓਕੇ, ਦੂਸਰਾ ਸਟੈਪ ਹੈ, ਦੂਸਰਾ ਲੈਵਲ ਓਨੈਸਟੀ। ਰਾਈਟ ਅੰਡਰਸਟੈਂਡਿੰਗ ਤੋਂ ਬਾਅਦ ਤੁਹਾਡੀ ਓਨੈਸਟੀ ਤੁਹਾਡੇ 'ਚ ਹੋਣੀ ਜ਼ਰੂਰੀ ਹੈ। ਮੰਨ ਲਓ ਵੀ ਆਰ ਇਨ ਰਿਲੇਸ਼ਨਸ਼ਿਪ ਵਿਦ ਸਮਬਡੀ, ਸਾਡਾ ਕਿਸੇ ਦੇ ਨਾਲ ਦੋਸਤੀ ਦਾ ਰਿਲੇਸ਼ਨਸ਼ਿਪ ਹੈ, ਪੇਰੈਂਟਸ ਦੇ ਨਾਲ ਅਸੀਂ ਰਿਲੇਸ਼ਨਸ਼ਿਪ 'ਚ ਹਾਂ, ਤਾਂ ਉਹ ਕੀ ਨੇ, ਉਹਨਾਂ ਦੇ ਵਿੱਚ ਓਨੈਸਟੀ ਹੋਣੀ ਜ਼ਰੂਰੀ ਹੈ। ਪਹਿਲਾਂ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ, ਜਦੋਂ ਅੰਡਰਸਟੈਂਡਿੰਗ ਹੋ ਗਈ ਫਿਰ ਓਨੈਸਟੀ ਹੋਣੀ ਜ਼ਰੂਰੀ ਹੈ। ਠੀਕ ਹੈ, ਓਨੈਸਟੀ ਹੋਣੀ ਜ਼ਰੂਰੀ ਹੈ ਕਿਸੇ ਵੀ ਰਿਲੇਸ਼ਨਸ਼ਿਪ, ਔਰ ਦੋਨੋਂ ਤਰਫ ਤੋਂ। ਇੱਦਾਂ ਨਹੀਂ ਹੈ ਕਿ ਸਿਰਫ ਇੱਕ ਸਾਈਡ ਤੋਂ, ਦੋਨੋਂ ਸਾਈਡ ਤੋਂ ਓਨੈਸਟੀ ਜ਼ਰੂਰੀ ਹੈ। ਕਿਉਂਕਿ ਅਗਰ ਇੱਕ ਪਰਸਨ ਓਨੈਸਟੀ ਐਕਸਪੈਕਟ ਕਰਦਾ ਦੂਸਰੇ ਤੋਂ, ਡੈਫੀਨੇਟਲੀ ਦੂਸਰਾ ਵੀ ਉਸ ਪਰਸਨ ਤੋਂ ਓਨੈਸਟੀ ਐਕਸਪੈਕਟ ਕਰੇਗਾ। ਠੀਕ ਹੈ। ਥਰਡ ਲੈਵਲ ਅਕਾਊਂਟੇਬਿਲਿਟੀ। ਅਕਾਊਂਟੇਬਿਲਿਟੀ ਹੁੰਦੀ ਹੈ ਰਿਸਪੌਂਸਿਬਿਲਿਟੀ। ਠੀਕ ਹੈ, ਇੱਕ ਜਦੋਂ ਆਪਣੀ ਮੰਨ ਲਓ ਆਪਾਂ ਦੋ ਦੋਸਤ ਹਾਂ, ਦੋ ਫਰੈਂਡਸ ਨੇ, ਠੀਕ ਹੈ, ਐਗਜ਼ਾਮਪਲ ਲਾ ਲਓ, ਦੋ ਫਰੈਂਡਸ ਨੇ, ਦੋਨਾਂ ਦੇ ਵਿੱਚ ਅੰਡਰਸਟੈਂਡਿੰਗ ਵੀ ਹੈ, ਦੂਸਰਾ ਲੈਵਲ ਓਨੈਸਟੀ ਵੀ ਹੈ, ਤੀਸਰਾ ਲੈਵਲ ਹੁੰਦਾ ਹੈ ਰਿਸਪੌਂਸਿਬਿਲਿਟੀ, ਅਕਾਊਂਟੇਬਿਲਿਟੀ। ਤਾਂ ਤੀਸਰਾ ਲੈਵਲ ਰਿਸਪੌਂਸਿਬਿਲਿਟੀ ਹੋਣਾ ਵੀ ਜ਼ਰੂਰੀ ਹੈ। ਠੀਕ ਹੈ, ਅਗਰ ਦੋਸਤੀ ਦੇ ਵਿੱਚ ਆਪਾਂ ਸੋਚਦੇ ਹਾਂ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਬਹੁਤ ਸਾਰੇ ਇੱਦਾਂ ਦੇ ਮੂਮੈਂਟਸ ਹੁੰਦੇ ਨੇ ਜਿੱਥੇ ਆਪਾਂ ਨੂੰ ਆਪਣੀ ਰਿਸਪੌਂਸਿਬਿਲਿਟੀ ਦੇਖਣੀ ਪੈਂਦੀ ਹੈ। ਠੀਕ ਹੈ, ਤਾਂ ਦੋਨੋਂ ਤਰਫ ਤੋਂ ਰਿਸਪੌਂਸਿਬਿਲਿਟੀ ਹੋਣੀ ਵੀ ਜ਼ਰੂਰੀ ਹੈ। feeling one's responsibility to participate in the larger order in the light of right understanding। रिस्पॉन्सिबिलिटी होएगी तो अंडरस्टैंडिंग भी हो जाएगी, अंडरस्टैंडिंग होएगी तो रिस्पॉन्सिबिलिटी भी हो जाएगी। बोथ आर गोइंग पैरेलली। ओके, नेक्स्ट लेवल पार्टिसिपेशन। पार्टिसिपेशन तो तुसी यही समझ ही गए होवोगे। अगर रिलेशनशिप च हो फैमिली नाल, फ्रेंड्स नाल, तो डेफिनेटली दोनों की पार्टिसिपेशन होनी ज़रूरी है। ठीक है ना, एफर्ट्स जिहड़े ने दोनों साइड तो हुंदे ने, फैमिली विच भी, सोसाइटी विच भी। अगर असी ईवन असी अगर नेचर दे नाल भी रिलेशनशिप है साडा, तो पार्टिसिपेशन दोनों की हुंदी है। नेचर पार्टिसिपेट करता, असी भी पार्टिसिपेट करते हैं। ठीक है, अकॉर्डिंग टू द वंस कॉम्पिटेंस, कैपेसिटी, एप्टीट्यूड। क्लीयर है। सो ये 4 लैवल ने जिहड़े की ने स्टैप्स ने फॉर ट्रांजिशन एट द लैवल ऑफ फैमिली, सोसाइटी एंड प्रोफेशन। चाहे दोस्ती होवे, चाहे रिलेशनशिप होवे, चाहे फैमिली होवे, चाहे सोसाइटी होवे, चाहे प्रोफेशन होवे, चाहे नेचर होवे, ये 4 स्टैप्स जिहड़े ने ज़रूरी ने एक अच्छा रिलेशनशिप, एक हेल्दी रिलेशनशिप के लिए। ठीक है, तो एक कह रहे हैं इत्थे कि दिस विल जनरेट द प्रोसेस ऑफ म्यूचुअल कॉम्पलीमेंटैरिटी टूवर्ड्स एवोल्यूशन ऑफ ऑल, जिन्होंने कहते हैं सर्वोदय। एग्जाम्पल दिन्ने आ, कोई पर्सन है,
ਠੀਕ ਹੈ। ਫੈਮਿਲੀ ਦੇ ਇੱਕ ਫੈਮਿਲੀ ਹੈ, ਉਹਦੇ ਵਿੱਚ ਇੱਕ ਪਰਸਨ ਜੋ ਹੈ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਜੋ ਫਾਦਰ ਹੈ, ਠੀਕ ਹੈ, ਦੈਟ ਹੀ ਇਜ਼ ਦ ਸੈਂਟਰ ਆਫ ਦ ਫੈਮਿਲੀ। ਤੋ ਅਗਰ ਫਾਦਰ ਹੈ ਤਾਂ ਉਹਦੇ ਵਿੱਚ ਇੱਕ ਬੈਟਰ ਅੰਡਰਸਟੈਂਡਿੰਗ ਹੈ, ਤਾਂ ਹੀ ਉਹ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਚੱਲ ਰਿਹਾ ਹੈ। ਠੀਕ ਹੈ, ਸਾਰੀ ਫੈਮਿਲੀ ਜਿਹੜੀ ਹੈ ਉਹ ਇਕੱਠੇ ਚੱਲ ਰਹੇ ਨੇ, ਕਿਹਦੇ ਕਰਕੇ? ਉਸ ਪਰਸਨ ਦੇ ਕਰਕੇ। ਔਰ ਉਸ ਪਰਸਨ ਦੇ ਵਿੱਚ ਕੀ ਕੁਆਲਿਟੀ ਹੈ ਕਿ ਉਹਦੇ ਵਿੱਚ ਬੈਟਰ ਅੰਡਰਸਟੈਂਡਿੰਗ ਹੈ। ਠੀਕ ਹੈ, he knows the right understanding, he has the honesty, obviously accountability and participation in relationship also. This is how a person having obtained right understanding will become a nucleus of change for the family. जो न्यूक्लियस ਹੁੰਦਾ ਹੈ ਨਾ ਸੈਂਟਰ ਦੇ ਵਿੱਚ, ਜੋ ਨਿਊਕਲੀਅਸ ਹੈ, ਫਾਦਰ, ਜੋ ਕਈ ਵਾਰ ਐਗਜ਼ਾਮਪਲ ਤੁਹਾਨੂੰ ਦਿੰਦੇ ਕਿ ਫਾਦਰ, ਉਹ ਕੀ ਨੇ? ਨਿਊਕਲੀਅਸ ਨੇ ਫੈਮਿਲੀ ਦੇ। ਤਾਂ ਉਹਨੂੰ ਆਪਾਂ ਨਿਊਕਲੀਅਸ ਕਿਉਂ ਕਹਿੰਦੇ ਹਾਂ? ਕਿਉਂਕਿ ਉਸ ਪਰਸਨ ਦੇ ਵਿੱਚ ਰਾਈਟ ਅੰਡਰਸਟੈਂਡਿੰਗ ਹੁੰਦੀ ਆ। ਫਿਜ਼ੀਕਲ ਫੈਸਿਲਿਟੀਜ਼ ਨੂੰ ਪ੍ਰੋਵਾਈਡ ਕਰਨਾ ਫੈਮਿਲੀ ਨੂੰ, ਠੀਕ ਹੈ। ਤਾਂ ਉਹਨਾਂ ਦੇ ਵਿੱਚ ਅੰਡਰਸਟੈਂਡਿੰਗ, ਉਹਨਾਂ ਦੇ ਵਿੱਚ ਲੈਵਲ ਆਫ ਐਵੋਲਿਊਸ਼ਨ, ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚੋਂ ਹੁੰਦੀਆਂ ਨੇ। ਟ੍ਰਾਂਜੀਸ਼ਨਸ ਹੋਈਆਂ ਹੁੰਦੀਆਂ, ਉਹਨਾਂ ਨੇ ਐਕਸਪੀਰੀਅੰਸ ਹੁੰਦਾ ਉਹਨਾਂ ਦੇ ਕੋਲ। ਓਕੇ, ਸੋ ਇਸ ਲਈ ਉਸ ਪਰਸਨ ਦੇ ਵਿੱਚ ਅੰਡਰਸਟੈਂਡਿੰਗ ਹੁੰਦੀ ਹੈ। ਦੈਟ ਇਜ਼ ਵਾਈ ਹੀ ਬਿਕਮਸ ਨਿਊਕਲੀਅਸ ਆਫ ਫੈਮਿਲੀ। ਓਕੇ, ਫਿਰ ਸੈਕਰੀਫਾਈਸਿਸ, ਮੋਸਟ ਇੰਪੋਰਟੈਂਟ ਥਿੰਗ, ਸੈਕਰੀਫਾਈਸਿਸ, ਐਫਰਟਸ। ਜਦੋਂ ਉਹਨਾਂ ਦੀ ਇਹ ਸਾਰੀਆਂ ਅੰਡਰਸਟੈਂਡਿੰਗ, ਸੈਕਰੀਫਾਈਸਿਸ, ਐਫਰਟਸ, ਇਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਇਨਕਲੂਡ ਕਰਦੇ ਆ ਨਾ, ਉਹ ਪਰਸਨ ਇਨਕਲੂਡ ਕਰਦਾ ਹੈ, ਫਿਰ ਉਸ ਤੋਂ ਬਾਅਦ ਹੀ ਹਰ ਇੱਕ ਫੈਮਿਲੀ ਮੈਂਬਰ ਦਾ, ਜਿਹੜਾ ਫੈਮਿਲੀ 'ਚ ਹਰ ਇੱਕ ਮੈਂਬਰ ਹੈ, ਉਹਦਾ ਐਵੋਲਿਊਸ਼ਨ ਹੁੰਦਾ ਹੈ। ਠੀਕ ਹੈ, ਤਾਂ ਉਹਨਾਂ ਦੀ ਕੰਟਰੀਬਿਊਸ਼ਨ ਬਹੁਤ ਹੁੰਦੀ ਹੈ। It will also be helpful in dissolving the contradictions and dilemmas which arise only out of ignorance. ਕਈ ਵਾਰ ਕੁਝ ਫੈਮਿਲੀਜ਼ ਦੇ ਵਿੱਚ ਇੱਦਾਂ ਪ੍ਰੋਬਲਮ ਹੁੰਦੀ ਹੈ ਕਿ ਇਗਨੋਰੈਂਸ ਹੁੰਦੀ ਹੈ, ਮਤਲਬ ਕਿਸੇ ਨੂੰ ਕਿਸੇ ਨਾਲ ਕੋਈ ਫਰਕ ਨਹੀਂ, ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਤਾਂ ਉੱਥੇ ਆ ਕੇ ਕੀ ਹੁੰਦੀਆਂ ਨੇ? ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ, ਕੌਂਟਰਾਡਿਕਸ਼ਨਸ ਹੁੰਦੀਆਂ ਨੇ, ਥੋਟਸ ਨਹੀਂ ਮਿਲਦੇ, ਡਾਇਲੀਮਾਸ ਕ੍ਰੀਏਟ ਹੁੰਦੇ ਨੇ, ਕਿ ਮੈਂਟਲ ਸਟ੍ਰੈਸ ਹੁੰਦੀ ਆ। ਸੋ ਇਹ ਚੀਜ਼ਾਂ ਜਦੋਂ ਆਪਾਂ ਸਿੱਖਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਆ, ਇਹ ਆਪਣੇ ਲਈ ਹੈਲਪਫੁਲ ਨੇ ਕਿ ਕਿੱਦਾਂ ਇੱਕ ਫੈਮਿਲੀ ਦੇ ਨਾਲ ਇੱਕ ਅੰਡਰਸਟੈਂਡਿੰਗ ਬਣਾ ਕੇ ਚੱਲਣਾ। ਨਾਟ ਓਨਲੀ ਇਨ ਫੈਮਿਲੀ ਬਟ ਇਨ ਸੁਸਾਇਟੀ। ਜਦੋਂ ਫੈਮਿਲੀ ਤੋਂ ਬਾਹਰ ਨਿਕਲਦੇ ਫਿਰ ਸੁਸਾਇਟੀ ਆ ਜਾਂਦੀ ਹੈ, ਠੀਕ ਹੈ ਨਾ, ਫਿਰ ਪ੍ਰੋਫੈਸ਼ਨ ਆ ਜਾਂਦਾ ਹੈ। So the real effort required is only in the process of getting rid of one's false preconditionings in the light of the truth of existence. The families will provide the natural training grounds for the evolution of its members. So will be a society. ਪਹਿਲਾ ਇੱਕ ਪਰਸਨ, ਠੀਕ ਹੈ, ਫਿਰ ਉਹ ਪਰਸਨ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਚੱਲਦਾ ਹੈ, ਫਿਰ ਸਾਰੀਆਂ ਫੈਮਿਲੀਜ਼ ਮਿਲਾ ਕੇ ਸੁਸਾਇਟੀ ਬਣਦੀ ਹੈ। ਤਾਂ ਸ਼ੁਰੂਆਤ ਕਿੱਥੋਂ ਹੋਈ? ਫਿਰ ਸੈਲਫ ਤੋਂ। ਪਹਿਲਾਂ ਆਪਾਂ ਆਪਣੇ ਆਪ ਨੂੰ ਸਮਝਣਾ ਆ, ਫਿਰ ਸਾਡੀ ਫੈਮਿਲੀ ਦੇ ਨਾਲ ਮਿਲ ਕੇ ਸਾਰਿਆਂ ਦੇ ਵਿੱਚ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਠੀਕ ਹੈ, ਜਦੋਂ ਫੈਮਿਲੀ ਟੂ ਫੈਮਿਲੀ ਅੰਡਰਸਟੈਂਡਿੰਗ ਹੋਏਗੀ ਤਾਂ ਇੱਕ ਅੱਛੀ ਸੁਸਾਇਟੀ ਹੋਏਗੀ, ਔਰ ਉਹਨੂੰ ਬੋਲਦੇ ਆ ਸਵਰਾਜ। ਔਰ ਜਦੋਂ ਇਕੱਠੇ ਹੁੰਦੇ ਨੇ ਸੁਸਾਇਟੀ ਦੇ ਵਿੱਚ ਵੀ, ਬਿਲਕੁਲ ਜਦੋਂ ਕੁਝ ਸੁਸਾਇਟੀ, ਤਾਰਕ ਮਹਿਤਾ ਕਾ ਉਲਟਾ ਚਸ਼ਮਾ ਤੁਸੀਂ ਦੇਖਦੇ ਹੋਣੇ ਆ ਤੁਹਾਡੇ ਵਿੱਚੋਂ, ਜਾਂ ਪਹਿਲਾਂ ਦੇਖਦੇ ਹੋਣਗੇ ਕੁਝ। ਉਹ ਸੁਸਾਇਟੀ 'ਚ ਕੀ ਹੈ? ਉਹ ਸੁਸਾਇਟੀ 'ਚ ਅੰਡਰਸਟੈਂਡਿੰਗ ਹੈ, ਸਾਰਿਆਂ ਦਾ ਮਿਲ ਕੇ ਰਹਿੰਦੇ ਨੇ। ਤਾਂ ਉਹ ਕੀ ਨੇ? ਪਹਿਲਾਂ ਫੈਮਿਲੀ ਦੇ ਵਿੱਚ, ਫਿਰ ਉਸ ਤੋਂ ਬਾਅਦ ਸੁਸਾਇਟੀ ਦੇ ਵਿੱਚ। ਠੀਕ ਹੈ, ਅਗਰ ਫੈਮਿਲੀ ਦੇ ਵਿੱਚ ਪ੍ਰੋਬਲਮਸ ਨੇ, ਪਹਿਲਾਂ ਤਾਂ ਅਗਰ ਸਾਡੇ ਵਿੱਚ ਪ੍ਰੋਬਲਮਸ ਨੇ, ਅਸੀਂ ਫੈਮਿਲੀ ਨਾਲ ਕੰਟਰੀਬਿਊਟ ਨਹੀਂ ਕਰ ਪਾਵਾਂਗੇ। ਠੀਕ ਹੈ, ਉਹਨਾਂ ਦੇ ਨਾਲ ਅਸੀਂ ਬਿਲਕੁਲ ਇੰਟਰੈਕਟ ਨਹੀਂ ਕਰ ਪਾਵਾਂਗੇ। ਜੇ ਸਾਡੀ ਫੈਮਿਲੀ ਦੇ ਵਿੱਚ ਕੋਈ ਇੰਟਰੈਕਟ ਨਹੀਂ ਕਰ ਪਾਉਂਦਾ ਤਾਂ ਫਿਰ ਉਹ ਸੁਸਾਇਟੀ ਨਾਲ ਕਿੱਦਾਂ ਇੰਟਰੈਕਟ ਕਰਨਗੇ? ਠੀਕ ਹੈ, ਅਤੇ ਅਗਰ ਸੁਸਾਇਟੀ ਨਾਲ ਹੀ ਨਹੀਂ ਹੈ ਤਾਂ ਫਿਰ ਉਹ ਸਵਰਾਜ, ਉਹ ਕੀ ਕਹਿੰਦੇ, ਅਖੰਡ ਸਮਾਜ ਜਿਹੜਾ ਉਹ ਨਹੀਂ ਬਣਨਾ। ਠੀਕ ਹੈ, ਸੋ ਜਦੋਂ ਸੁਸਾਇਟੀਜ਼ ਵਿੱਚ ਵੀ ਆਪਸ ਦੇ ਵਿੱਚ ਸਾਰਿਆਂ ਦੀ ਇੱਕ ਅੰਡਰਸਟੈਂਡਿੰਗ ਹੁੰਦੀ ਆ, ਦੈਟ ਇਜ਼ ਕਾਲਡ ਅਖੰਡ ਸਮਾਜ।
ठीक है जी। एंड सर्वभौमा व्यवस्था, सर्वभौमा ही लिखिਆ, हाँ सर्वभौमा व्यवस्था। चलो तुसी अखंड समाज समझ लो, ठीक है, जिन्हों कोई तोड़ नहीं सकता। और ये सारा कुछ डिपेंड करता आही 4 स्टैप्स ते, अंडरस्टैंडिंग, ऑनेस्टी, अकाउंटेबिलिटी एंड पार्टिसिपेशन। ठीक है, हुण कहंदे ने कि जिहड़ियां ये ट्रांजिशन स्टैप्स ने, मेजर ट्रांजिशन स्टैप्स जिहड़े तुहानूं 4 दस्से ने, ये हर एक परसन दे विच या हर एक सोसाइटी तक, परसन टू परसन तो नहीं कर सकते, हर एक सोसाइटी तक ये मैसेज जिहड़ा है जाना चाहिए है। ठीक है ना, तो हर एक नूं ये पता होना चाहिए। सो उहदे लई की हो सकता है, प्रमोशनस होनियां ज़रूरी ने, मतलब ये थॉट्स, ये चीज़ां प्रमोट करनियां ज़रूरी ने। किद्दां हो सकता है? प्रमोटिंग मास अवेयरनेस एंड मूविंग टूवर्ड्स ह्यूमनिस्टिक एजुकेशन। एग्जाम्पल आपां नूं ही ला लो, हुण इत्थे मैं तुहानूं पढ़ा रही हाँ, तुसीं सारे सुन रहे हो, दिस इज़ कॉल्ड मास अवेयरनेस। टॉपिक भी अपना वही है, ठीक है। तो एक परसन सारे जणिਆਂ ਨੂੰ ਉਹ मैसेज पहुँचावे, तो ਇਹਦੇ ਵਿੱਚ ਕੀ हो सकता है, किद्दां हो सकता है पॉसिबल? इंटरैक्शन, पर्सनल इंटरैक्शन थ्रू हो सकता है, थ्रू पॉपूलर लिटरेचर, यानी कि कुछ बुक्स इदां दियां, कुछ नॉवल्स इदां दे जिन्हां दे विच ये सारियां चीज़ां दसियां होण कि किद्दां इकट्ठे रहना है, किद्दां अंडरस्टैंडिंग ज़रूरी है रिलेशनशिप्स दे विच। ठीक है, थ्रू वर्कशॉप्स, थ्रू सैमीनार्स एंड यूटिलाइजिंग द पावर ऑफ नेटवर्क ऑफ मीडिया। ठीक है, तो ये जो वैल्यू एजुकेशन है, जो तुसी यहाँ पढ़ रहे हो ना UHV, दिस इज़ ऑल्सो कॉल्ड वैल्यू एजुकेशन। तो ये वैल्यू एजुकेशन जो है ये बहुत ज़रूरी है, ये एजुकेशन सिस्टम दे विच होनी ज़रूरी है, ये कह रहे ने इत्थे। और सिर्फ बच्चों तक ही नहीं, हर एक परसन तक ये पहुँचनी ज़रूरी है। क्यों आजकल हर एक रिश्ता जो है वो ख़राब हो रहा है? क्यों रिलेशनशिप्स जिहड़े ने वो टिक नहीं रहे? यही सारिया चीज़ां करके, क्योंकि आपां नूं समझ ही नहीं है एक्चुअल च जो लाइफ है हर एक दी, वो किसी होर ही साइड जा रही है, जिधर जानी चाहिए थी उधर नहीं जा रही मोस्ट ऑफ द पीपल। तो उन्हां दे विच अंडरस्टैंडिंग ही नहीं है। पहली गल तो उन्होंने अपना ही नहीं पता हुंदा, आपां नूं अपना ही नहीं पता हुंदा कई बार कि असी की चाहुंदे आ, या असी की करना है, असी की कर रहे हैं, साडे च की चंगा है, की बुरा है। ठीक है, तो जो अपने बारे ही नहीं पता, फिर अपन दूसरे बारे भी नहीं पता, तो फिर ऑबवियसली उत्थे क्लैश हुंदे ने। तो कल तुसी सारिਆਂ ने इस टॉपिक ते प्रिपेयर करके आना है, इस टॉपिक में चंगी तरह, कि क्यों अज के टाइम के विच रिलेशनशिप्स जिहड़े ने वो नहीं टिक पा रहे, उहदे पिछे रीज़न की है। ठीक है जी, UHV की क्लास है कल, है ना, तो उहदे विच आपां ये टॉपिक जिहड़ा है डिस्कस करांगे। ये बहुत इंपॉर्टेंट पार्ट है, और जिन्ना हुण तक आ सारा पढ़िया ना आपां, ये सारे दा कनक्लूजन इस टॉपिक दे विच है। तो मैं हुण देखना है कि तुसी किन्ने क ध्यान नाल सुनिया ते किन्ने क ध्यान नाल पढ़िया तुसी। ठीक है, और एक हैल्दी, एक अच्छे रिलेशनशिप के वास्ते की चीज़ां ज़रूरी ने। ठीक है, वैसे तुसी बहुत सियाणे हो सारे जने, ਇਹਦੇ 'ਚ कोई शक नहीं, फिर भी पढ़ लियो थोड़ा बहुत जी। ठीक है जी, अगर बुक हैगी है तुहाडे कोल, नहीं हैगी तो बुक लो और पढ़ना स्टार्ट करो। ठीक है जी, टॉपिक ठीक है। सो ये उपर अपनी डिस्कशन होएगी कल, तुहाडी एक्चुअली मैं तुहाडी डिस्कशन करवानी है। मैं चाहुंदी हाँ कि हर एक बच्चा पार्टिसिपेट करे, क्योंकि जो डिस्कशन स्टार्ट कई बार स्टार्ट नहीं कर पाते तुसी, ठीक है, कई बार तुहाडे कोल कंटेंट नहीं हुंदा, डिस्कशन तुसी मेरे तो करवा लैंदे हो, मैं तुहानू टॉपिक दिंदी हाँ, तुसी मेरे तो सारा बुलवा लैंदे हो, तुसी बोलना है। ठीक है, मैं तुहानू मौका दे रही हाँ बोलण दा, सो सब ने पार्टिसिपेट करना।
40 ਮਿੰਟਸ ਹੋਣਗੇ ਕੱਲ੍ਹ ਆਪਣੇ ਕੋਲ। ਅਗਰ ਟਾਈਮ ਘੱਟ ਲੱਗਿਆ, ਜ਼ਿਆਦਾ ਟਾਈਮ ਹੋ ਗਿਆ, ਕੰਟੈਂਟ ਜ਼ਿਆਦਾ ਹੋਇਆ ਜਾਂ ਡਿਸਕਸ਼ਨ ਲੰਬੀ ਹੋ ਗਈ, ਤਾਂ ਆਪਾਂ ਨੂੰ ਕੰਟੀਨਿਊ ਕਰ ਲਾਂਗੇ ਨੈਕਸਟ ਵੀਕ। ਠੀਕ ਹੈ ਜੀ। ਓ ਮਾਈ ਗॉड, ਵੌਇਸ ਨਹੀਂ ਆ ਰਹੀ ਸੀ, ਕਿਸੇ ਨੂੰ ਆਵਾਜ਼ ਨਹੀਂ ਆ ਰਹੀ ਸੀ।